ही पास हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। निको ठाकुर देसा। सतनाम धन वाहिगुरु साहिब जी। जैत श्री महला पंजवा। वार सलोका नाल। एक ओंकार सतगुर प्रसाद। सलोक। आद पूरण मद पूरण अंत पूरण परमेश्वर। सिमरंत संत सर्वत्र रमणं, नानक अगनासन जगदीश्वर। पेखन सुनन सुनावनो, मन मह दृढ़िए साच। पूर रहो सर्वत्र मैं, नानक हर रंग राच। पौड़ी। हर एक निरंजन गाइय, सब अंतर सोई। करण कारण समरथ प्रभ, जो करे सो होई। खिन मह थाप उथापदा, तिस बिन नहीं कोई। खंड ब्रह्मंड पाताल, दीप रविया सब लोई। जिस आप बुझाए सो बुझसी, निर्मल जन सोई। जिस आप बुझाए सो बुझसी, निर्मल जन सोई। वाहिगुरु जी का खालसा, वाहिगुरु जी की फतेह। हाजरा हजूर जहरा जहूर सर्व कला भरपूर, चबर छत्र तखत दे मालक, रूहानियत दे भंडार बरदवालम शाह। जुगो जुग अटल धन सतगुरु श्री गुरु ग्रंथ साहब महाराज जी की पावन मुकद्दस हजूरी अंदर आप दिन दे दूजे पैर दे दीवान और इस पावन दीवान दे विच अमृतमयी बाणी कीर्तन सरवण करते हुए सतगुरां दे दर दीआं हाजरियां भर रहे हो। जो इस पावन दरबार की मर्यादा है, अमृत वेले दे हुक्मनामे दी विचार, जो सतगुरु गुरदेव शहीदां दे सिरताज रहंदे गुर दरियाओ विच मीन कुलीन हेत निर्बानी। दर्शन देखत पतंग ज्यों ज्योति अंदर जोत समाणी। शब्द सुरत लिव मिर्ग ज्यों भीड़ पई चित अवर न आणी। चरण कवल मिल भवर स्यों, सुख संपट विच रहन विहाणी। गुर अर्जुन बिटोहु कुर्बानी, गुर अर्जुन बिटोहु कुर्बानी। गुरदेव गुरु अर्जुन देव महाराज जी का पावन बचन, जो सतगुरां दी बख्शिश अज गुरु दर ते आउण वालियां दी झोली पिया। आओ जी इस
ਬਚਨ ਦੀ, ਇਸ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਪਾ ਸਕਾਂ। ਸਤਿਗੁਰ ਜੀ ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਇਕਾਗਰ ਚਿਤ ਭਾਵਨਾ ਬਖਸ਼ਣ। ਆਪ ਜਿਨੇ ਗੁਰਦਰਬਾਰ ਵਿੱਚ ਮੌਜੂਦ ਹੋ, ਕੋਈ ਵੀ ਰਸਨਾ ਵਾਂਝੀ ਵਿਰਵੀ ਨਾ ਰਹੇ। ਦੋਵੇਂ ਹੱਥ ਜੋੜ ਕੇ ਇੱਕ ਵਾਰੀ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰੀ ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਤ ਸ੍ਰੀ ਮਹਲਾ ਪੰਜਵਾਂ। ਵਾਰ ਸਲੋਕਾਂ ਨਾਲ। ਜੈਤ ਸ੍ਰੀ ਰਾਗ ਹੈ ਔਰ ਇਸ ਜੈਤ ਸ੍ਰੀ ਰਾਗ ਦੇ ਵਿੱਚ ਵਾਰ 22 ਵਾਰਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਾਰ ਜਿਹੜੀ 705 ਅੰਗ ਤੋਂ ਸ਼ੁਰੂ ਹੁੰਦੀ ਹੈ ਤੇ 705 ਅੰਗ ਤੋਂ ਹੀ ਇਸ ਪਾਵਨ ਬਚਨ ਦੀ ਸ਼ੁਰੂਆਤ ਹੈ, ਜੋ 5 ਔਰ 6 ਅੰਗ ਤੇ ਸੁਸ਼ੋਭਿਤ ਹੈ। 705 706 ਵਾਰ ਦਾ ਸੰਬੰਧ ਪੌੜੀ ਨਾਲ ਹੈ। ਇਹ ਸਪਸ਼ਟ ਹੈ ਕਿ ਪੌੜੀਆਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਨੇ ਤੇ ਨਾਲ ਲਿਖਿਆ ਹੋਇਆ ਸਲੋਕਾਂ ਨਾਲ, ਤੇ ਸਲੋਕ ਵੀ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੇ ਵੀ ਹੀ ਨੇ, ਸਾਰੇ ਹੀ ਗੁਰੂ ਅਰਜਨ ਸਾਹਿਬ ਜੀ ਦੇ ਨੇ। ਇੱਕੋ ਵਾਰੀ ਮਹੱਲਾ ਪੰਜਵਾਂ ਆ ਗਿਆ, ਇਸ ਕਰਕੇ ਸਾਰੀ ਵਾਰ ਦੇ ਵਿੱਚ ਕਿੱਥੇ ਦੁਬਾਰਾ ਮਹੱਲੇ ਦਾ ਜ਼ਿਕਰ ਨਹੀਂ ਆਇਆ, ਸਿਰਫ ਸਲੋਕ ਤੇ ਪੌੜੀ ਚੱਲ ਰਹੀ ਹੈ, ਕਿਉਂਕਿ ਪੌੜੀ ਵੀ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੀ ਹੈ ਔਰ ਸਲੋਕ ਵੀ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੇ ਨੇ। ਮੰਗਲਾ ਚਰਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਕਰੀਬਨ 524 ਵਾਰ ਇਹ ਮੰਗਲਾ ਚਰਨ ਆਇਆ। ਉਦਾਂ 4 ਤਰ੍ਹਾਂ ਦੇ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਪੂਰਾ ਮੰਗਲਾ ਚਰਨ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਾਗ ਦੀ ਆਰੰਭਤਾ ਵੇਲੇ ਹੈ, ਬਾਣੀ ਦੀ ਆਰੰਭਤਾ ਵੇਲੇ ਹੈ। ਦੂਸਰੇ ਤਰ੍ਹਾਂ ਦਾ ਮੰਗਲਾ ਚਰਨ ਹੈ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਤੇ ਤੀਸਰੇ ਤਰ੍ਹਾਂ ਦਾ ਮੰਗਲਾ ਚਰਨ ਹੈ ਇੱਕ ਓੰਕਾਰ ਗੁਰ ਪ੍ਰਸਾਦ, ਤੇ ਚੌਥੇ ਤਰ੍ਹਾਂ ਦਾ ਜਿਹੜਾ ਸਭ ਤੋਂ ਵੱਧ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾ ਚਰਨ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਇੱਕ ਵਾਰੀ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਕਿਲੇ ਤੋਂ ਬਾਹਰ ਨਿਕਲੇ। ਅਨੰਦਪੁਰ ਸਾਹਿਬ ਦੀ ਧਰਤੀ ਹੈ ਤੇ ਗੁਰਦੇਵ ਜੀ ਨੇ ਬਚਨ ਕੀਤੇ ਕਿ ਨੀਲਾ ਲਿਆਇਆ ਜਾਏ। ਸਤਿਗੁਰੂ ਜੀ ਦਾ ਨੀਲਾ ਸਣੇ ਕਾਠੀ ਤਿਆਰ ਕਰਕੇ ਘੋੜਾ ਸਤਿਗੁਰੂ ਜੀ ਦਾ ਲੈ ਕੇ ਆਏ ਸਿੰਘ। ਇਕੱਠ ਹੈ, ਸਾਰੇ ਵਿਦਵਾਨ ਖੜੇ ਨੇ, ਸਾਰੇ ਕਵੀ ਨੇ, ਗੁਰੂ ਕੇ ਸੇਵਕ ਇਕੱਠੇ ਨੇ। ਸਤਿਗੁਰੂ ਜੀ ਦਾ ਸੋਹਣਾ ਜਾਹੋ ਜਲਾਲ ਹੈ। ਗੁਰਦੇਵ ਜੀ ਘੋੜੇ ਤੇ ਚੜ੍ਹਨ ਲੱਗੇ ਨੇ ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕੋਈ ਹੈ ਗੁਰੂ ਕਾ ਸਿੱਖ ਜਿਹੜਾ ਸਾਡੇ ਘੋੜੇ ਦੀ ਰਕਾਬ ਵਿੱਚ ਪੈਰ ਰੱਖਣ ਤੋਂ ਪਹਿਲਾਂ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਦੱਸ ਦੇ। ਕੋਈ ਹੈ ਗੁਰੂ ਕਾ ਸਿੱਖ ਸਾਡਾ ਘੋੜੇ ਦੀ ਕਾਠੀ ਦੇ ਉੱਤੇ ਬੈਠਣ ਤੋਂ ਪਹਿਲਾਂ ਹੀ, ਭਾਵ ਅਸੀਂ ਘੋੜੇ ਦੀ ਰਕਾਬ ਵਿੱਚ ਪੈਰ ਪਾਈਏ ਤੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅਰਥ ਦੱਸ ਦੇ। ਤੇ ਸਿੱਖ ਕਹਿੰਦੇ ਮਹਾਰਾਜ ਇਹ ਤੋਂ ਆਦ ਗ੍ਰੰਥ ਹੈ, ਇੱਕ ਓੰਕਾਰ ਤੋਂ ਲੈ ਕੇ ਮੁੰਦਾਵਣੀ ਤੱਕ, ਇਹ ਤੇ ਬੜਾ ਵੱਡਾ ਖਜ਼ਾਨਾ ਹੈ ਸੱਚੇ ਪਾਤਸ਼ਾਹ ਜੀ। ਇਹ ਤੇ ਬੜਾ ਵੱਡਾ ਖਜ਼ਾਨਾ ਹੈ 18 10 20 ਤੱਕ। ਕੌਣ ਹੈ ਜਿਹੜਾ ਇੱਕ ਖਿੰਨ ਦੇ ਵਿੱਚ ਇਹਦੇ ਅਰਥ ਦੱਸ ਦੇਗਾ? ਘੋੜੇ ਦੀ ਕਾਠੀ ਵਿੱਚ ਪੈਰ ਪੈਂਦਿਆਂ ਇਹ ਤੇ ਇੱਕ ਵਿਸਾ ਵੀ ਨਹੀਂ ਲੱਗਣਾ, ਅੱਖ ਝਪਕਾਉਣ ਦਾ ਸਮਾਂ ਹੀ ਲੱਗਣਾ, ਇੱਕ ਨਿਮਖ ਵਿੱਚ ਤੁਸੀਂ ਕਰ ਦੇਣਾ। ਇਹਦੇ ਅਰਥ ਕੌਣ ਕਰੇਗਾ? ਸਤਿਗੁਰੂ ਜੀ ਕਹਿੰਦੇ ਇਹੀ ਤੇ ਪੁੱਛਿਆ ਹੈ ਕੋਈ ਗੁਰੂ ਕਾ ਸਿੱਖ ਕਿ ਘੋੜੇ ਦੀ ਕਾਠੀ ਵਿੱਚ ਪੈਰ ਪਾਉਂਦਿਆਂ ਸਾਰ ਰਕਾਬ ਵਿੱਚ ਕੋਈ ਸਾਨੂੰ ਅਰਥ ਦੱਸੇ। ਚਾਰੇ ਪਾਸੇ ਸਨਾਟਾ ਛਾ ਗਿਆ, ਚੁੱਪ ਹੋ ਗਏ ਸਾਰੇ, ਕੋਈ ਦੱਸ ਨਹੀਂ ਸਕਿਆ। ਪਰ ਇੱਕ ਗੁਰੂ ਕਾ ਸਿੱਖ ਜਿਹੜਾ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਦੇ ਘੋੜਿਆਂ ਦੀ ਸੇਵਾ ਕਰਦਾ ਸੀ, ਸਤਿਗੁਰੂ ਜੀ ਦੇ ਦਰ ਦਾ ਸੇਵਕ ਸੀ, ਉਹਨੇ ਗਲ 'ਚ ਪੱਲਾ ਪਾਇਆ, ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਰਹਿਮਤ ਕਰੋ, ਨਦਰੇ ਇਨਾਇਤ ਕਰੋ ਤੇ ਦਾਸ ਇਹਦੇ ਅਰਥ ਕਰੇਗਾ। ਮਹਾਰਾਜ ਕਹਿੰਦੇ ਠੀਕ ਹੈ ਸਿੱਖਾ, ਫਿਰ ਅਸੀਂ ਰਕਾਬ ਵਿੱਚ ਪੈਰ ਪਾਉਂਦੇ ਹਾਂ ਤੇ ਤੂੰ ਅਰਥ ਕਰ ਪੂਰੇ ਗੁਰੂ ਗ੍ਰੰਥ ਸਾਹਿਬ ਦੇ। ਇੰਨੇ ਹੀ ਸਮੇਂ 'ਚ ਗੁਰੂ ਸਾਹਿਬ ਨੇ ਰਕਾਬ 'ਚ ਪੈਰ ਪਾਇਆ ਤੇ ਗੁਰੂ ਕੇ ਸਿੱਖ ਨੇ ਕਿਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ।
उन्हें बस यही अखर किया, एक ओंकार सतगुर प्रसाद। महाराज जी ने सुनिया, महाराज जी वापस उतर के आए घोड़े तो। महाराज जी ने कहा, गुरु के सिक्का की आख्या? कहता, सतगुरु जी एक ओंकार सतगुर प्रसाद। महाराज सीने नाल लिया के लगा के कहते, गुरु के सिक्खा निहाल निहाल निहाल। पूरे गुरु ग्रंथ साहब जी का जे निचोड़ दसना है तो निचोड़ ही एक ओंकार सतगुर प्रसाद है। यदा मतलब उस एक दी सोझी सतगुर दे प्रसाद कृपा तो बिना नहीं हो सकती, कि पूरे गुरु ग्रंथ साहब जी का निचोड़ ही पार ब्रह्म परमेश्वर सतगुरु की कृपा किवें हासिल करनी है, ये उत्ते ही नीयत है। सतगुरु ने कहा, वाकई पूर्ण गुरु ग्रंथ साहब का अर्थ एक ओंकार सतगुर प्रसाद है। इस करके गुरु पातशाह ने कहा, गुरु के सिखा निहाल निहाल निहाल, जिदे उत्ते गुरु की कृपा हो जाए। इस करके एक ओंकार तो लैके गुर प्रसाद, ये सब तो अरमता की खेड है, सब तो आरंभ इथों ही होंदा है। सो सतगुरु जी ने एक ओंकार सतगुर प्रसाद इहदा अर्थ है, पर इहदी शुरुआत गुर प्रसाद तो होनी है। गुरु की कृपा होएगी तो एक दी सोझी होएगी, गुरु हिरदे विच वसेगा। सलोक, ये सलोक गुरुदेव गुरु अर्जुन साहब जी का, जिन्हां बाबत धरन गगन नव खंड में है, जोत स्वरूपी रहो पर, भन मथुरा कछ भेद नहीं, गुरु अर्जुन परताखार। परताखार गुरु अर्जुन देव महाराज जी का, जिदे बाबत भट्ट साहबान कहते कि अंत नहीं पाया जा सकता। अंत न पावत देव सबै मुन, इंद्र महाशिव जोग करी, फुन बेद बिरंच विचार रहो, हर जाप न छाड़ियो एक घरी। मथुरा जन को प्रभ दीन दयाल है, संगत सृष्ट निहाल करी, रामदास गुरु जगतारण को, गुरजोत अर्जुन माहे तरी। जिदे बाबत भट्ट साहबाना ने बड़ा प्रेम सहित गुरुदेव जी बाबत आख्या, जोत रूप हर आप गुरु नानक कहायो, ताते अंगद भयो तत्स्यों तत् मिलायो, अंगद कृपा धार अमर सतगुर थिर कियो, अमरदास अमरत छतर गुर रामै दियो। गुर रामदास दर्शन परस के मथुरा अमृत बैण, मूरत पंच प्रमाण पुरख गुर अर्जुन पिखो नैण। कि सतगुरु गुरु अर्जुन साहब के दीदार कीतियां आद चार गुरु साहबाना दे दीदार हो जाते हैं, नमस्कार हो जाती है। मूरत पंच प्रमाण पुरख, जिदे बाबत राय बलवंड तथा सत्ता डूम आखी। बलवंड जी ते सत्ता जी ने आख्या कि चारे जागे चौह जुगी पंचायन आपे हुआ, कि चारे जागे चौह जुगी, चार गुरुदेव ते पंजवें पातशाह गुरु अर्जुन देव महाराज जी, वो सारे इको ही ने। चारे जागे चौह जुगी पंचायन आपे हुआ। ते भी आख्या कि सतगुरु की शोभा किन्नी है। तखत बैठा अर्जुन गुरु, सतगुर का खिवै चिंदोआ, उगवणों तै आठवणों चौचक्की कीयन लोआ। पूरे गुरु ग्रंथ साहब विच जद भट्ट साहबाना ने लफ्ज वरत्या है, वो अर्जुन वरत्या, जज्जे नूं औंकड़ ला के। बलवंड तथा सत्ता डूम आके, आ बलवंड जी ते सत्ता जी की जिहड़ी वार विच है, इत्थे अर्जन है, जज्जे नूं औंकड़ नहीं है। भाई गुरदास जी ने भी अर्जन वरत्या, पर भट्ट साहबाना ने जिन्नी वरत्या वो सारा धरन गगन नव खंड में जोत स्वरूपी रहो पर, भन मथुरा कछ भेद नहीं, गुरु अर्जुन परताखार। ध्यान नाल असी पढ़ीए, जो बाणी लिखे अखर लिखे सही गावा अवर ना जाना बाणी। उथे लिखिया उगवणों तै आत्मणों चौचक्की कीयन लोआ, कि गुरु अर्जुन साहब महाराज जी तुहाडी शोभा जिथों सूरज उगदा है ते जिथे ढलदा है, इतों भी परां है, ये भी सीमा विच है, तुहाडी शोभा की कोई सीमा नहीं। ऐसे गुरुदेव गुरु अर्जुन देव महाराज जी शहीदां दे सरताज, जिन्हां ने सब तो प्यारी चीज़ का जे प्रगटावा किया है, तो वो कोई दुनियावी चीज़ पुत्र धियां, ये दुनिया के पदार्थ, ये दुनिया के तख्तो ताज ते दौलत, ये सुख, इन्हां दा नहीं कीता। सतगुरु जी ने सब तो प्यारा जी आख्या, जे कुछ सतगुरु नूं प्यारी है तो गुरुदेव पिता जी कहते हमारी प्यारी अमृतधारी। इत्थे अमृतधारी का मतलब है गुरबाणी, अमृत दे विच भिजी हुई, अमृत विच सराशार प्रभु दे नाम नूं, प्रभु दे पार ब्रह्म परमेश्वर दे ज्ञान नूं किसी हिरदे विच अमृत रूपी वसाउण वाली।
हमारी प्यारी अमृतधारी गुरनिमख ना मानते टारी रे, दर्शन परसन सरसन हरसन, रंग रंगी करतारी रे, खिन रम गुरगम हरदम नह जम हर कंठ नानक उर हारी रे। ਜਿਹੜਾ ਇਸ ਬਾਣੀ ਦੇ ਦੀਦਾਰ ਕਰੇਗਾ, ਰੁਮਾਲੇ 'ਚ ਨਹੀਂ। ਗੁਰਦੇਵ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰੁਮਾਲਾ ਖੋਲ ਕੇ ਦੀਦਾਰ ਕਰ, ਪੜ ਸ਼ਬਦ ਨੂੰ, ਗੱਲ ਕਰ ਗੁਰਦੇਵ ਨਾਲ। ਰੁਮਾਲੇ 'ਚ ਦੀਦਾਰ ਕਰਨੇ ਇਹ ਦੀਦਾਰ ਨਹੀਂ ਹੈਗੇ ਕੋਈ। ਦੀਦਾਰ ਤੇ ਉਹ ਹੈ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖੋਲ ਗੁਰੂ ਦੇ ਸ਼ਬਦ ਨੂੰ, ਪੋਥੀ ਨੂੰ। ਇੱਕ ਕਿਸੇ ਬੰਦੇ ਕੋਲ ਬਜ਼ੁਰਗਾਂ ਦਾ ਦੌਲਤ ਖਜ਼ਾਨਾ ਪਿਆ ਹੋਏ ਤੇ ਉਹ ਤਜੋਰੀ 'ਚ ਪਾ ਕੇ ਰੱਖੇ ਤੇ ਆਰਤੀ ਕਰੀ ਜਾਏ, ਧੂਪ ਬੱਤੀਆਂ ਕਰੀ ਜਾਏ, ਉਹਨੂੰ ਹੀ ਸਿਰ ਝੁਕਾਈ ਜਾਏ, ਕਿੰਨੇ ਕੁ ਦਿਨ ਤੱਕ ਰੋਟੀ ਖਾ ਲੇਗਾ? ਜਦ ਤੱਕ ਉਹਨੂੰ ਖੋਲੇਗਾ ਨਹੀਂ, ਵਰਤੇਗਾ ਨਹੀਂ। ਇੱਕ ਦਿਨ ਐਸਾ ਆਏਗਾ ਉਹ ਮੰਗਤਾ ਬਣ ਜਾਏਗਾ, ਮੰਗ ਕੇ ਖਾਣ ਵਾਲਾ ਹੋ ਜਾਏਗਾ। ਲੋਕੀ ਕਹਿਣਗੇ ਤੇਰੇ ਵੱਡੇ ਬਜ਼ੁਰਗ ਇੰਨਾ ਛੱਡ ਕੇ ਗਏ ਨੇ। ਕਹਿੰਦੇ ਜੀ ਪਿਆ ਮੇਰੇ ਕੋਲ ਹੈ, ਮੈਂ ਰੁਮਾਲ 'ਚ ਰੱਖਿਆ ਹੋਇਆ ਤੇ ਮੈਂ ਉਹਨੂੰ ਮੱਥਾ ਟੇਕਦਾ। ਇਹ ਹਾਲ ਸਾਡਾ, ਖਜ਼ਾਨਾ ਸਾਡੇ ਕੋਲ ਬੜਾ ਹੈ, ਬਸ ਅਸੀਂ ਮੱਥਾ ਟੇਕ ਦਿੰਦੇ ਹਾਂ, ਹੈ ਅਸੀਂ ਕੰਗਲੇ ਹੀ। ਸੱਚ ਤੇ ਇਹ ਹੈ, ਗੁਰਦੇਵ ਕਹਿੰਦੇ ਹਮ ਧਨਵੰਤ ਭਾਗਟ ਸੱਚ ਨਾਏ, ਧਨਵੰਤ ਵੀ ਹੈਗੇ ਆ ਤੇ ਭਾਗਾਂ ਵਾਲੇ ਵੀ ਆ, ਤਾਂ ਜੇ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਸਾਡੇ ਜੀਵਨ ਵਿੱਚ ਹੈ, ਜੇ ਖੋਲ ਕੇ ਅਸੀਂ ਪੜ੍ਹਿਆ। ਜੇ ਨਹੀਂ ਪੜ੍ਹਿਆ ਫਿਰ ਤੇ ਵਹਿਮਾਂ ਭਰਮਾਂ 'ਚ ਫਸ ਗਏ, ਫਿਰ ਤੇ ਲੱਕ ਪੀੜ ਹੋ ਗਿਆ। ਕੀ ਹੋਇਆ ਭੈਣੇ? ਔਖੀ ਘੜੀ ਆ ਗਈ ਜੀ, ਗੁਰੂ ਨੇ ਔਖੀ ਘੜੀ ਦੇਤੀ। ਲੱਕ ਪੀੜ ਹੋਣਾ ਕੋਈ ਔਖੀ ਘੜੀ ਨਹੀਂ ਹੈ, ਸਿੱਖ ਲਈ। ਸਤਿਗੁਰੂ ਜੀ ਤੇ ਤੱਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਆ ਕਿ ਇਹ ਔਖੀ ਘੜੀ ਨਹੀਂ ਹੈ, ਔਲਾ ਨੂੰ ਮੈਂ ਕਾਹੂ ਨਾ ਦਿਓ। ਸਤਿਗੁਰੂ ਜੀ ਤੇ ਤੱਤੀ ਤਵੀ ਤੇ ਬਹਿ ਕੇ ਕਹਿੰਦੇ ਆ ਤੇਰਾ ਕੀਆ ਮੀਠਾ ਲੱਗਿਆ, ਹਰ ਨਾਮ ਪਦਾਰਥ ਨਾਨਕ ਮੰਗੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਤਿਗੁਰੂ ਜੀ ਭਾਣਾ ਮੰਨਣ ਦੀ ਦਾਤ ਬਾਣੀ ਵਿੱਚੋਂ ਹੈ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਖਜ਼ਾਨਾ ਭਰਿਆ, ਕਦੀ ਖਤਮ ਹੋਣ ਵਾਲਾ ਨਹੀਂ ਹੈ। ਦੁਨੀਆ ਦੇ ਖਜ਼ਾਨੇ ਮੁੱਕ ਜਾਣਗੇ। ਜੇ ਕੋਈ ਭੈੜੀ ਔਲਾਦ ਘਰ ਵਿੱਚ ਜਨਮ ਲੈ ਲੇ ਨਾ, ਪੁਰਖਾਂ ਦੀ ਕਮਾਈ ਹੋਈ ਸਾਲਾਂ ਦੀ, ਲੱਖਾਂ ਕਰੋੜਾਂ ਦੀ ਕਮਾਈ ਨੂੰ ਇੱਕ ਰਾਤ ਵਿੱਚ ਗਰਕ ਕਰ ਸਕਦੀ ਹੈ। ਇਹਦੇ ਵਾਸਤੇ ਦੁਨੀਆ ਦੀ ਕਮਾਈ ਤੇ ਕਦੀ ਮਾਣ ਨਹੀਂ ਹੋ ਸਕਦਾ। ਤਾਈਓ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਕਿਸੇ ਦਾ ਕੀ ਮਜ਼ਾਕ ਬਣਾਉਣਾ। ਜੇ ਕੋਈ ਸਾਨੂੰ ਗਰੀਬੜਾ ਮਿਲ ਜਾਏ, ਸਾਡੇ ਕੋਲ ਬੜੀ ਦੌਲਤ ਹੈ, ਕਦੀ ਮਜ਼ਾਕ ਨਾ ਕਰੀਏ। ਇਸ ਮਾਇਆ ਬਾਬਤ ਕਿਸੇ ਨੂੰ ਪਤਾ ਹੀ ਨਹੀਂ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜਹ ਸੁਨਾਓ ਸਮੁੰਦ ਮੈਂ, ਕਿਆ ਜਾਨੋ ਕਿਆ ਹੋਏ। ਸਾਡੀ ਵੀ ਬੇੜੀ ਅਜੇ ਭਵ ਸਾਗਰ 'ਚ ਹੈ, ਪਤਾ ਨਹੀਂ ਕਿਹੜੀ ਲਹਿਰ ਆਏ ਤੇ ਸਾਡੀ ਬੇੜੀ ਪਲਟਾ ਖਾ ਜਾਏ। ਇਸ ਕਰਕੇ ਇੱਥੇ ਗਰਬ ਨਹੀਂ ਹੈ। ਜਿਹੜਾ ਗੁਰੂ ਦੇ ਸ਼ਬਦ ਵਿੱਚੋਂ, ਹੁਣ ਅਸੀਂ ਔਖੀ ਘੜੀ ਨਾ ਦੇਖਣ ਦੇਈ, ਇਹ ਸ਼ਬਦ ਪੜ੍ਹ ਲੈਂਦੇ ਹਾਂ। ਔਖੀ ਘੜੀ ਤਾਂ ਹੈ ਜਦ ਦੁੱਖ ਆ ਕੇ ਵੀ ਗੁਰੂ ਕਾ ਸਿੱਖ ਗੁਰਬਾਣੀ ਨੂੰ ਭੁੱਲ ਜਾਏ, ਗੁਰੂ ਦੇ ਬਚਨਾਂ ਨੂੰ ਭੁੱਲ ਜਾਏ, ਗੁਰੂ ਦੀ ਸਿੱਖਿਆ ਤੋਂ ਵਾਂਝਾ ਹੋ ਜਾਏ, ਫਿਰ ਉਹ ਔਖੀ ਘੜੀ ਹੈ। ਪਰ ਜੇ ਦੁੱਖਾਂ ਦੇ ਵਿੱਚ ਵੀ ਪ੍ਰਭੂ ਚੇਤਾ ਹੈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਫਿਰ ਤੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਸਿੱਖੀ ਉਹ ਹੈ ਜਦ ਸੁਖ ਤੇ ਦੁੱਖ ਸਮ ਹੋ ਜਾਣ, ਜਿਹਨੂੰ ਮਹਾਰਾਜ ਜੀ ਕਹਿੰਦੇ ਜੋ ਨਰ ਦੁੱਖ ਮੈਂ, ਗੁਰੂ ਤੇਗ ਬਹਾਦਰ ਸਾਹਿਬ ਜੀ, ਦੁੱਖ ਨਹੀਂ ਮਾਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਸਤਿਗੁਰੂ ਜੀ ਦਾ ਅੱਜ ਦਾ ਵਚਨ ਸ਼ਲੋਕ, ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ, ਕਿਉ ਪਾਰ ਬ੍ਰਹਮ ਪਰਮੇਸ਼ਵਰ, ਆਦ ਮਦ ਤੇ ਅੰਤ ਸਦਾ ਹੀ ਪੂਰਾ ਹੈ, ਤੇ ਮਨੁੱਖ ਕਦੀ ਪੂਰਾ ਨਹੀਂ ਹੋ ਸਕਦਾ। ਅਸੀਂ ਕਿਸੇ ਦੀ ਚੜ੍ਹਾਈ ਤੇ ਕਹਿੰਦੇ ਹਾਂ ਬੰਦਾ ਪੂਰਾ ਹੋ ਗਿਆ, ਪਰ ਅਸਲ ਦੇ ਵਿੱਚ ਇਹਦੇ ਅਰਥ ਬਣਦੇ ਨੇ ਜਿਹਨੇ ਪ੍ਰਭੂ ਦੀ ਪ੍ਰਾਪਤੀ ਜਿਉਂਦੇ ਜੀ ਕਰ ਲਈ, ਉਹ ਪੂਰਾ ਹੋਇਆ। ਮਰਨ ਤੋਂ ਬਾਅਦ ਕੋਈ ਪੂਰਾ ਨਹੀਂ ਹੁੰਦਾ। ਮਹਾਰਾਜ ਜੀ ਦਾ ਇਹ ਬਚਨ ਹੈ, ਮਤ ਕੋ ਜਾਪੈ ਜਾਹੇ ਅੱਗੇ ਪਾਏ ਸੀ। ਅੱਗੇ ਤੇ ਉਹ ਪਾਏਗਾ ਚਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਜਿਹਨੇ ਸਾਰੀ ਜ਼ਿੰਦਗੀ ਪ੍ਰਭੂ ਦੀ ਸਿਫਤ ਸਲਾਹ ਵਿੱਚ ਆਪਣੇ ਮਨ ਵਿੱਚ ਪ੍ਰਭੂ ਦਾ ਸਿਮਰਨ ਟਿਕਾਇਆ, ਉਹ ਵਾਜਾ ਵਾਏ ਸੀ, ਉਹ ਸਿਫਤ ਸਲਾਹ ਦੀ ਸ਼ੋਭਾ ਦਾ ਖਜ਼ਾਨਾ ਲੈ ਕੇ ਜਾਂਦਾ ਹੈ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬਤ ਰਮਣੰ, ਨਾਨਕ ਅਗਨਾਸਨ ਜਗਦੀਸ਼ਵਰ ਹੈ।
ਅਗਨਾਸਨ ਦਾ ਮਤਲਬ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਵਾਹਿਗੁਰੂ। ਜੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਿਖੀਤਾ, ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਈ ਚੀਤਾ। ਅਗਨਾਸਨ, ਪਾਪ ਇੰਨੇ ਕੀਤੇ ਨੇ, ਸੁਰਤ ਲੰਗੜੀ ਹੋ ਗਈ ਹੈ, ਗੁਰੂ ਪਾਸੇ ਤੁਰਦੀ ਨਹੀਂ, ਗੁਟਕਾ ਹੱਥ ਵਿੱਚ ਪੜਿਆ, ਮਨ ਵਿੱਚ ਬੜੇ ਖਿਆਲਾਂ ਦੀ ਹਨੇਰੀ ਤੁਰੀ ਹੋਈ ਹੈ, ਚੌਕੜਾ ਲਾ ਕੇ ਬੈਠਾ, ਮਨ 'ਚ ਫਾਈਲਾਂ ਖੁੱਲ ਗਈਆਂ ਨੇ ਕੀਤੇ ਪਾਪਾਂ ਦੀਆਂ, ਬੋਝ ਦੀਆਂ, ਨਿੰਦਾ ਚਿੰਦਾ ਦੀਆਂ, ਤਾਤ ਪਰਾਈ ਦੀਆਂ, ਵਕੀਲੀ ਦੀਆਂ, ਪਿੰਗੁਲੀ ਹੋ ਗਈ ਸੁਰਤ। ਗੁਰੂ ਅਰਜੁਨ ਸਾਹਿਬ ਕਹਿੰਦੇ ਨਾ, ਸੁਣ ਅੰਧਾ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਿਆ ਲੇਹੋ ਓੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸਕਈਆ ਤੋ ਸਮਝੈ ਭੋਰਾ। ਸੁਣਦੇ ਨਹੀਂ ਕੰਨ ਗੁਰੂ ਦੇ ਸ਼ਬਦ ਨੂੰ, ਦੁਨੀਆ ਦੀ ਗੱਲਾਂ ਜਿੰਨੀਆਂ ਮਰਜ਼ੀ ਸੁਣਾ ਲਓ, ਜੇ ਸਿਮਰਨ ਬਾਣੀ ਸੁਣਨੀ ਆ ਫਿਰ ਨਹੀਂ ਸੁਣਿਆ ਜਾਂਦਾ, ਫਿਰ ਲੱਕ ਪੀੜ ਹੁੰਦਾ ਜੀ, ਗੋਡੇ ਦੁਖਦੇ ਨੇ ਜੀ। ਨਿੰਦਾ ਚਿੰਦਾ ਕਰਨੀ ਹੋਏ ਤੇ 6 ਘੰਟੇ ਪਤਾ ਹੀ ਨਹੀਂ ਲੱਗਦੇ ਕਿੱਥੇ ਗਏ, 7 ਘੰਟੇ 4 ਘੰਟੇ ਸਮੇਂ ਦਾ ਨਹੀਂ ਪਤਾ ਲੱਗਦਾ। ਭਾਵੇਂ ਥੋੜਾ ਸੁਣੀਏ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਪਰ ਥੋੜੇ ਵਿੱਚੋਂ ਥੋੜਾ ਹਿਰਦੇ 'ਚ ਵਸ ਜਾਏ, ਇਹ ਪ੍ਰਵਾਨ ਹੁੰਦਾ। ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀਸੁਰ ਭੰਗ। ਜ਼ੁਬਾਨ ਦੁਨੀਆ ਦੇ ਰਸ ਕਸ ਬੋਲ ਕੇ ਗਾ ਕੇ ਕਦੀ ਨਹੀਂ ਥੱਕਦੀ। ਹੁਣ ਜਦ ਰਸ ਕਸ ਗਾ ਕੇ ਇੰਨੀ ਜ਼ਿਆਦਾ ਉਗੜੁਚ ਹੋ ਗਈ ਹੈ ਪਾਪਾਂ ਵਿੱਚ, ਤੇ ਹੁਣ ਰੱਬ ਦੀ ਬੰਦਗੀ ਕਿੱਥੋਂ ਕਰੇ। ਰਸਨਾ ਰਸੀਲੀ ਨਾਹੀਂ, ਭਾਈ ਗੁਰਦਾਸ ਜੀ, ਰਸਨਾ ਇੰਨੀ ਕੂੜ ਕੁਸੱਤ ਬੋਲ ਬੋਲ ਕੇ ਗੁੜਚ ਹੋ ਗਈ ਹੈ, ਤੇ ਹੁਣ ਰੱਬ ਦਾ ਨਾਮ ਕਿੱਥੋਂ ਬੋਲੇ। ਰਸਨਾ ਰਸੀਲੀ ਨਾਹੀਂ, ਬੇਨਤੀ ਬਖਾਨੋ ਕੈਸੇ, ਸੁਰਤ ਨਾ ਸਰਵਣਨ ਬਚਨ ਮਧੋਕੀ ਹੈ। ਨਾ ਸੁਰਤ ਹੈ, ਨਾ ਸਰਵਣ, ਨਾ ਸਰੋਤ ਰਹਿ ਗਈ ਸ਼ਬਦ ਨੂੰ ਸੁਣਨ ਦੀ, ਗੁਰੂ ਦੇ ਹੁਕਮ ਨੂੰ ਸੁਣਨ ਦੀ। ਕਿਹੜੀ ਅਰਦਾਸ ਕਰਾਂ ਮੈਂ ਵਾਹਿਗੁਰੂ। ਅਸੀਂ ਕਹਿੰਦੇ ਅਰਦਾਸ ਕਰੋ, ਭਾਈ ਗੁਰਦਾਸ ਕਹਿੰਦੇ ਸਾਡੇ ਤੋਂ ਤੇ ਅਰਦਾਸ ਵੀ ਨਹੀਂ ਹੁੰਦੀ। ਭਾਈ ਗੁਰਦਾਸ ਕਹਿੰਦੇ ਮੈਨੂੰ ਤੇ ਅਰਦਾਸ ਨਹੀਂ ਕਰਨੀ ਆਉਂਦੀ। ਰਸਨਾ ਰਸੀਲੀ ਨਾ ਹੈ, ਕਦੀ ਉਹਦੇ ਪਿਆਰ ਦੇ ਰਸ 'ਚ ਰਸੀਲੀ ਹੋਈ ਨਹੀਂ, ਫਿੱਕੀ ਹੈ। ਫਿੱਕਾ ਬੋਲ ਕੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਇਹ ਸਤਿਗੁਰ ਦਾ ਬਚਨ ਹੈ, ਸਾਖੀ ਵਾਰ ਦੇ ਵਿੱਚ ਪੜ੍ਹਦੇ ਹਾਂ। ਬੇਨਤੀ ਬਖਾਨੋ ਕੈਸੇ, ਇਸੀ ਗੱਲ ਨੂੰ ਸਤਿਗੁਰ ਜੀ ਇਹ ਬਖਸ਼ਿਸ਼ ਕਰਦੇ ਨੇ। ਸਿਮਰੰਤ ਸੰਤ ਸਰਬਤ ਰਮਣਨ, ਜਿਹੜੇ ਸਿਮਰਨ ਵਿੱਚ ਸੰਤ ਜੁੜ ਗਏ ਨਾ, ਉਹਨਾਂ ਨੂੰ ਸਭ ਥਾਈਂ ਤੇ ਪ੍ਰਭੂ ਦਿਸਦਾ। ਤੇ ਅਸੀਂ ਥੋੜਾ ਜਿਹਾ ਸਿਮਰਨ ਕਰ ਲਈਏ ਨਾ, ਫਿਰ ਅਸੀਂ 10 ਲੋਕਾਂ ਨੂੰ ਦੱਸਣ ਵਾਸਤੇ ਸਾਡਾ ਢਿੱਡ ਪੀੜ ਹੁੰਦਾ, ਦੱਸੀ ਅਸੀਂ ਕਰਦੇ ਹਾਂ। ਫਿਰ ਜਦ ਤੱਕ ਨਾ ਦੱਸਿਆ ਜਾਏ ਤਾਂ ਤੱਕ ਸਾਨੂੰ ਸਬਰ ਚੈਨ ਨਹੀਂ ਆਉਂਦਾ। ਅੱਛਾ, ਅਗਲਾ ਬੰਦਾ ਦੱਸੇ ਨਾ ਦੱਸੇ, ਪੁੱਛੇ ਨਾ ਪੁੱਛੇ, ਸਾਨੂੰ ਇਹ ਹੁੰਦੀ ਹੈ ਕਿ ਅਸੀਂ ਦਸੀਏ ਅਸੀਂ ਇੰਨਾ ਸਿਮਰਨ ਕੀਤਾ, ਅਸੀਂ ਵੀ ਰੱਬ ਦੀ ਬੰਦਗੀ ਕਰਦੇ ਹਾਂ। ਰੱਬ ਦੀ ਬੰਦਗੀ ਦੀ ਨਿਸ਼ਾਨੀ ਇਹ ਨਹੀਂ ਹੈ ਕਿ ਅਸੀਂ ਦੂਜਿਆਂ ਨੂੰ ਦੱਸ ਰਹੇ ਹਾਂ। ਰੱਬ ਦੀ ਬੰਦਗੀ ਦੀ ਨਿਸ਼ਾਨੀ ਇਹ ਹੈ ਜਦ ਸਾਨੂੰ ਸਾਰਿਆਂ ਵਿੱਚ ਪ੍ਰਭੂ ਦਿਸਣ ਲੱਗ ਗਿਆ। ਸ਼ੇਖ ਸਾਦੀ ਦੀ ਇੱਕ ਗਾਥਾ ਬੜੀ ਪਿਆਰੀ ਹੈ। ਸ਼ੇਖ ਸਾਦੀ ਗੁਲਸਤਾਂ ਬੋਸਤਾਂ ਦਾ ਲਿਖਾਰੀ, ਫਾਰਸੀ ਦਾ ਲਿਖਾਰੀ ਹੈ, ਬੜਾ ਵੱਡਾ ਸ਼ੇਖ ਸਾਦੀ ਹੋਇਆ। ਉਹਨੇ ਇੱਕ ਗਾਥਾ ਲਿਖੀ ਹੈ ਬੜੀ ਸੋਹਣੀ, ਗੁਲਸਤਾਂ ਬੋਸਤਾਂ, 2 ਕਿਤਾਬਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਗਾਥਾਵਾਂ। ਹਜ਼ਰਤ ਮੂਸਾ ਦੀ ਗਾਥਾ ਦੇ ਨਾਲ ਇਹ ਜੋੜਦਾ ਹੈ ਕਿ ਹਜ਼ਰਤ ਮੂਸਾ ਇੱਕ ਥਾਂ ਤੇ ਬੈਠਾ ਹੋਇਆ ਰੱਬ ਦੀ ਬੰਦਗੀ ਤੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੁੰਦਾ ਹੈ, ਦੁਆ ਵਿੱਚ ਜੁੜਿਆ ਹੁੰਦਾ ਹੈ। ਤੇ ਪਿੱਛੋਂ ਇੱਕ ਦੂਰੋਂ ਆਵਾਜ਼ ਆ ਰਹੀ ਹੁੰਦੀ ਹੈ, ਕੋਈ ਆਜੜੀ ਭੇਡਾਂ ਚਾਰਨ ਵਾਲਾ ਦੂਰੋਂ ਬੈਠ ਕੇ ਕਿਥੇ ਪ੍ਰੇਮ ਦੇ ਵਿੱਚ ਭੋਲਾ ਭਾਲਾ, ਭੋਲੇ ਭਾਲੇ ਬੰਦਗੀ ਦੇ ਵਿੱਚ ਇਹ ਲਫ਼ਜ਼ ਬੋਲ ਰਿਹਾ ਹੁੰਦਾ ਹੈ, ਖੁਦਾ ਪਰਵਰਦਿਗਾਰ, ਮੇਰੇ ਮਾਲਕ, ਤੂੰ ਮੈਨੂੰ ਮਿਲ, ਤੂੰ ਮੇਰੇ ਕੋਲ ਆ, ਮੈਂ ਆਪਣੀ ਕੁੱਲੀ ਦੇ ਵਿੱਚ ਤੈਨੂੰ ਸਵਾਵਾਂਗਾ, ਸੌਣ ਦੀ ਥਾਂ ਦੇਵਾਂਗਾ, ਮੈਂ ਬਾਹਰ ਸੋ ਜਾਵਾਂਗਾ। ਐ ਖੁਦਾ ਪਰਵਰਦਿਗਾਰ ਤੂੰ ਆ, ਮੈਂ ਤੈਨੂੰ ਆਪਣੀ ਬੱਕਰੀਆਂ ਦਾ ਦੁੱਧ ਪਿਲਾਵਾਂਗਾ ਤਾਜ਼ਾ ਕੱਢ ਕੇ। ਪ੍ਰੇਮ ਸੀ ਨਾ। ਐ ਪਰਵਰਦਿਗਾਰ ਤੂੰ ਆ, ਜੇ ਤੂੰ ਕਦੀ ਬਿਮਾਰ ਹੋ ਗਿਆ ਤੇ ਮੈਂ ਤੈਨੂੰ
दवा बूटी दवा दारू भी कर दांगा, मैनू ਇਹਦੀ ਵੀ ਸੋਚੀਏ, ਤੂੰ ਆ, ਤੂੰ ਮੈਨੂੰ ਮਿਲ। ਜਦ ਇਹ ਗੱਲ ਉਹ ਸੁਣਦਾ ਮੂਸਾ, ਉਹਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਕਿ ਕਿਹੜਾ ਹੈ ਇਹ ਜਿਹੜਾ ਕਹਿੰਦਾ ਕਿ ਤੂੰ ਆ, ਮੈਂ ਤੈਨੂੰ ਦੁੱਧ ਪਿਲਾਵਾਂਗਾ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲਾ ਰਿਜ਼ਕ, ਤੇ ਇੱਕ ਆਜੜੀ ਜਾ ਕਹਿੰਦਾ ਕਿ ਮੈਂ ਤੈਨੂੰ ਪਿਲਾਵਾਂਗਾ। ਅੱਛਾ, ਜਿਹੜਾ ਸਭ ਦੇ ਰੋਗ ਤੇ ਦੁੱਖ ਦੂਰ ਕਰਦਾ ਵਾਹਿਗੁਰੂ ਪਰਵਰਦਿਗਾਰ, ਤੇ ਇੱਕ ਆਜੜੀ ਕਹਿੰਦਾ ਆ, ਜੇ ਤੂੰ ਬਿਮਾਰ ਹੋਇਆ ਤੇ ਮੈਂ ਤੇਰੀ ਦਵਾ ਬੂਟੀ ਵੀ ਕਰ ਦਾਂਗਾ। ਹੱਦ ਹੋ ਗਈ। ਕੌਣ ਹੈ? ਆਪਣੀ ਨਮਾਜ਼ ਨੂੰ ਛੱਡ ਕੇ ਹਜ਼ਰਤ ਮੂਸਾ ਭਜਿਆ ਜਾਂਦਾ ਉਹਦੇ ਵੱਲ, ਉਹਦੇ ਤੰਬੂ 'ਚ। ਉਹ ਪ੍ਰੇਮ ਵਿੱਚ ਬੈਠਾ ਕਹਿ ਰਿਹਾ ਹੁੰਦਾ ਹੈ, ਖੁਦਾ ਪਰਵਰਦਿਗਾਰ ਤੂੰ ਆ, ਮੈਨੂੰ ਮਿਲ, ਮੈਂ ਤੇਰੇ ਤੋਂ ਬਲਹਾਰ ਜਾਵਾਂ, ਸਭ ਕੁਝ ਕੁਰਬਾਨ ਕਰਾਂ, ਮੈਂ ਤੈਨੂੰ ਆਪਣੀ ਬੱਕਰੀਆਂ ਦਾ ਤਾਜ਼ਾ ਦੁੱਧ ਕੱਢ ਕੇ ਪਿਲਾਵਾਂਗਾ, ਤੂੰ ਆ। ਹਜ਼ਰਤ ਮੂਸਾ ਸੁਣਦਾ ਤੇ ਵੱਟ ਕੇ ਚਪੇੜ ਮਾਰਦਾ ਉਹਦੇ ਮੂੰਹ ਤੇ। ਉਹਨੂੰ ਹੋਸ਼ ਆ ਜਾਂਦੀ, ਇਹ ਕੀ ਹੋ ਗਿਆ, ਇਹ ਚਪੇੜ ਕਿੱਥੋਂ ਆਈ? ਸੁਣ ਪੈ ਜਾਂਦਾ, ਅੱਖਾਂ ਖੋਲਦਾ ਤੇ ਅੱਗੇ ਹਜ਼ਰਤ ਬੈਠਾ। ਕਹਿੰਦੇ ਤੂੰ ਕੌਣ ਹੈ, ਮੈਨੂੰ ਚਪੇੜ ਕਿਉਂ ਮਾਰੀ? ਅੱਗੋਂ ਮੂਸਾ ਕਹਿੰਦਾ ਤੂੰ ਕੀ ਕਰ ਰਿਹਾ? ਕਹਿੰਦਾ ਮੈਂ ਆਪਣੇ ਖੁਦਾ ਨਾਲ ਗੱਲ ਕਰ ਰਿਹਾ। ਕਹਿੰਦੇ ਕੀ ਗੱਲ ਕਰ ਰਿਹਾ? ਕਿ ਮਖੌਲ ਬਣਾ ਰਿਹਾ। ਤੂੰ ਕਹਿੰਦਾ ਮੈਂ ਰੱਬ ਨੂੰ ਦੁੱਧ ਪਿਲਾਵਾਂਗਾ, ਜਿਹੜਾ ਸਾਰੇ ਸ੍ਰਿਸ਼ਟੀ ਨੂੰ ਦੇਣ ਵਾਲਾ ਰਿਜ਼ਕ, ਤੂੰ ਉਹਨੂੰ ਪਿਲਾਏਂਗਾ? ਤੇ ਤੂੰ ਤੇ ਹੱਦ ਹੀ ਮੁਕਾਤੀ। ਤੂੰ ਕਹਿੰਦਾ ਤੂੰ ਰੱਬ ਆ, ਜੇ ਤੂੰ ਬਿਮਾਰ ਹੋ ਗਿਆ ਤੇ ਮੈਂ ਦਵਾ ਬੂਟੀ ਵੀ ਕਰ ਦੂੰਗਾ ਤੇਰੀ। ਕਹਿੰਦੇ ਉਹ ਜਿਹੜਾ ਸਾਰਿਆਂ ਦੇ ਦੁੱਖ ਰੋਗ ਦੂਰ ਕਰਨ ਵਾਲਾ, ਉਹ ਜਿਹੜਾ ਆਜੜੀ ਸੀ ਨਾ, ਉਹਦੇ ਅੱਖਾਂ 'ਚ ਹੰਝੂ ਆਉਂਦੇ ਤੇ ਕਹਿੰਦਾ ਹੈ ਖੁਦਾ ਤੂੰ ਨਾ ਆ, ਹਜੇ ਤੇ ਮੈਂ ਤੈਨੂੰ ਆਵਾਜ਼ ਹੀ ਮਾਰੀ ਹੈ ਤੇ ਮੈਨੂੰ ਚਪੇੜਾਂ, ਤੇ ਜੇ ਤੂੰ ਆ ਗਿਆ ਤੇ ਇਹਨਾਂ ਲੋਕਾਂ ਨੇ ਮੇਰਾ ਕੀ ਕਰਨਾ? ਤੂੰ ਨਾ ਆ, ਤੈਨੂੰ ਤੇਰਾ ਮੁਬਾਰਕ, ਮੈਨੂੰ ਮੇਰਾ ਮੁਬਾਰਕ। ਉਹ ਕਹਿੰਦਾ ਭਾਈ ਮੇਰੇ ਤੋਂ ਗੁਸਤਾਖੀ ਹੋ ਗਈ, ਮੈਂ ਨਹੀਂ ਬੁਲਾਉਂਦਾ ਉਹਨੂੰ। ਹਜ਼ਰਤ ਮੂਸਾ ਉੱਠ ਕੇ ਚਲਾ ਗਿਆ। ਉੱਠ ਕੇ ਗੁਲਸਤਾਂ ਬੋਸਤਾਂ 'ਚ ਲਿਖਿਆ, ਉਹ ਉੱਠ ਕੇ ਚਲਾ ਗਿਆ ਆਪਣੀ ਕੁਟੀਆ 'ਚ ਬੈਠਾ। ਤੇ ਜਦ ਸ਼ਾਮੀ ਨਮਾਜ਼ ਦਾ ਵੇਲਾ ਹੋਇਆ ਨਾ, ਤੇ ਦੁਆ ਦੇ ਵਿੱਚ ਉਹ ਟਿਕਿਆ ਹਜ਼ਰਤ। ਤੇ ਜਦ ਉਹ ਟਿਕਦਾ ਧਿਆਨ ਲਾਉਂਦਾ ਤੇ ਉਹਦਾ ਧਿਆਨ ਨਹੀਂ ਲੱਗਦਾ। ਅੱਜ ਉਸ ਤੋਂ ਕਲਮਾਂ ਨਹੀਂ ਪੜੀਆਂ ਜਾ ਰਹੀਆਂ। ਸਜਦੇ ਦੇ ਵਿੱਚ ਸਿਰ ਝੁਕਾਉਂਦਾ ਪਰ ਮਨ ਨਹੀਂ ਝੁਕ ਰਿਹਾ। ਅੱਜ ਮਨ ਭਾਰੀ ਹੋਇਆ। ਅੱਜ ਸਜਦਾ ਕਰਨ ਵਾਸਤੇ ਪੱਟਾਂ ਭਾਰ ਬਹਿ ਕੇ ਉੱਠਦਾ ਤੇ ਉੱਠਿਆ ਨਹੀਂ ਜਾ ਰਿਹਾ। ਅੱਜ ਬੋਝ ਪਿਆ ਹੋਇਆ ਬੜਾ ਜ਼ਿਆਦਾ ਸਰੀਰ ਤੇ ਮਨ ਤੇ, ਸੁਰਤ ਨਹੀਂ ਜੁੜ ਰਹੀ। ਅੱਜ ਬੜੀ ਕੋਸ਼ਿਸ਼ ਕਰਦਾ ਹੈ ਕਿ ਅੱਜ ਕੀ ਹੋਇਆ ਹੈ, ਕਿ ਅੱਜ ਖੁਦਾਈ ਇਬਾਦਤ ਵਿੱਚ ਮਨ ਨਹੀਂ ਜੁੜ ਰਿਹਾ, ਜੁੜਦਾ ਨਹੀਂ ਮਨ। ਉਹ ਨਾ ਖਿੱਚ ਕੇ ਆਪਣਾ ਸਿਰ ਜ਼ਮੀਨ ਤੇ ਮਾਰਦਾ। ਕਿਉਂ ਨਹੀਂ ਜੁੜ ਰਿਹਾ? ਅੱਜ ਜਦ ਸਿਰ ਮਾਰਦਾ ਜ਼ਮੀਨ ਤੇ, ਆ ਖੁਦਾ ਕੀ ਹੈ ਅੱਜ, ਕਿਉਂ ਨਹੀਂ ਅੱਜ ਮੇਰਾ ਮਨ ਜੁੜਦਾ? ਤੇ ਇੱਕ ਇਲਹਾਮ ਆਵਾਜ਼ ਆਉਂਦੀ ਹੈ, ਖੁਦਾਏ ਆਵਾਜ਼ ਪ੍ਰਗਟ ਹੁੰਦੀ ਹੈ, ਹਜ਼ਰਤ ਤੂੰ ਬਰ ਆਏ ਵਸਲ ਕਰਦੰ ਆਮਦੀ, ਨਾ ਬਰ ਆਏ ਫਸਲ ਕਰਦੰ ਆਮਦੀ। ਉਹ ਹੈਰਾਨ ਹੋ ਜਾਂਦਾ ਹੈ ਕਿ ਅੰਦਰੋਂ ਆਵਾਜ਼ ਆਈ ਹੈ, ਖੁਦਾ ਦੀ ਆਵਾਜ਼ ਆਈ ਹੈ। ਖੁਦਾ ਨੇ ਕੀ ਆਖਿਆ ਕਿ ਤੂੰ ਬਰ ਆਇਦ ਵਸਲ ਕਰਦੰ ਆਮਦੀ, ਨਾ ਬਰ ਆਇਦ ਫਸਲ ਕਰਦੰ ਆਮਦੀ। ਪੁੱਬਾ ਮਾਰ ਕੇ ਰੋਂਦਾ ਹੈ, ਹੰਝੂਆਂ ਨਾਲ ਉਹਦਾ ਦਿਲ ਭਰਿਆ ਹੋਇਆ ਬਾਹਰ ਆ ਜਾਂਦਾ ਹੈ। ਉਹਨੂੰ ਅੰਦਰ ਅਹਿਸਾਸ ਹੁੰਦਾ ਹੈ ਕਿ ਅੱਜ ਮੈਨੂੰ ਖੁਦਾ ਨੇ ਕਿਉਂ ਇਸ ਚੀਜ਼ ਦੀ ਸਜ਼ਾ ਤੇ ਮੇਰੇ ਗੁਨਾਹ ਦਾ ਮੈਨੂੰ ਕਰਮ ਨਾਲ ਹੀ ਪ੍ਰਗਟ ਕਰਤਾ। ਖੁਦਾ ਕਹਿੰਦਾ ਕਿ ਤੂੰ ਰੱਬ ਦੀ ਬੰਦਗੀ ਦੇ ਨਾਲ ਲੋਕਾਂ ਨੂੰ ਜੋੜਨ ਵਾਸਤੇ ਭੇਜਿਆ ਗਿਆ, ਤੋੜਨ ਵਾਸਤੇ ਨਹੀਂ ਭੇਜਿਆ ਗਿਆ। ਵਸਲ ਦਾ ਮਤਲਬ ਹੁੰਦਾ ਮਿਲਾਪ, ਫਸਲ ਦਾ ਮਤਲਬ ਹੁੰਦਾ ਵਿਛੋੜਾ। ਅਸੀਂ ਕਹਿੰਦੇ ਨਾ ਫਸਲ ਵੱਢਣੀ, ਫਸਲ ਦਾ ਮਤਲਬ ਹੁੰਦਾ ਵੱਢਣਾ, ਤੋੜਨਾ, ਕੱਟਣਾ। ਤੈਨੂੰ ਇੱਥੇ ਮਿਲਾਪ ਵਾਸਤੇ ਭੇਜਿਆ, ਮਿਲਾਉਣ ਵਾਸਤੇ ਭੇਜਿਆ ਲੋਕਾਂ ਨਾਲ, ਖੁਦਾਈ ਦੀ ਇਬਾਦਤ ਨਾਲ, ਤੇ ਤੂੰ ਤੇ ਤੋੜਦਾ ਫਿਰਦਾ।
पता लग गया कि अज एक आजड़ी जिहड़ा दुआ विच जुड़िया सी ना, वो सच्चा प्रेम विच जुड़िया सी। वो मेरे तो भी ज़्यादा नेड़े होके खुदाए दे दर ते आवाज़ां मारदा सी। अज मैं उन्होंने खुदा दी इबादत तो तोड़ के आया। तू बर आयद वसल करदंग आमदी, तेनू मिलाउण वास्ते भेजिया खुदा दे लोकां दे नाल, खुदा दे नाल लोकां नू, ते तू तोड़दा फिरदा है। ते जे तू तोड़ेगा मता तू ये सोच नहीं कि तू मेरे नाल जुड़ सकना है। यही गल है, ये एहसास होया हजरत नू कि हाँ अज मैं तोड़ के आया किसी दे प्रेम नू। उन्होंने चपेड़ मार के कहा कि खुदा तेरा ताए दा पुत नहीं हैगा जिहड़ा बीमार हो जाए तो तू उहदी दवा बूटी करें, पर मैनू ये नहीं पता उहदे प्रेम की अवस्था की सी। मैं उहदे अखरां नू सुन के बेचैन हो गया, पर वो बाहरों भुल चुक बोलदे भीख हरे हर भाणे। खुदाए दी इबादत की निशानी बंदगी करना कदी भी नहीं है, पर खुदाए दी वाहिगुरू की इबादत बंदगी प्रभु की सिमरन अवस्था की निशानी है जब दूजियां दे विच भी प्रभु दिसना शुरू हो जाए। सिमरंत संत सरबत रमणं, जद किसी दे बचनां नू सुन के मन ना डोले, किसी दी कीती हुई निंदा चिंदा दे विच मन नू अग ना लगे, बल्कि मन ये कबूल करे कि इहदे विच भी ते परवरदिगार है। सिमरंत संत, संत दा सिमरन तां मनिया जाएगा सरबत रमणं जे सब दे विच उस प्रभु दे दीदार करे। नानक अगनासन जगदीश्वर है। फिर सतगुरु जी कहंदे ਉਹਦੇ ਪਾਪਾਂ ਦਾ ਨਾਸ਼ ਹੁੰਦਾ ਹੈ ਜੀ। ਭੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ। ਭੇਖਨ ਦੇਖਣਾ, ਸੁਣਨਾ, ਸੁਣਾਵਣਾ, ਇਹ ਬਚਨ ਕਰਨੇ, ਪਰ ਜੇ ਮਨ ਵਿੱਚ ਸੱਚਾ ਪ੍ਰਭੂ ਚੇਤੇ ਹੈ ਨਾ, ਫਿਰ ਤਿੰਨਾਂ ਦਾ ਬੋਲਿਆ ਹੋਇਆ ਪ੍ਰਵਾਨ ਹੈ, ਸੁਣਿਆ ਪ੍ਰਵਾਨ ਹੈ, ਵੇਖਿਆ ਹੋਇਆ ਵੇਖਣਾ ਪ੍ਰਵਾਨ ਹੈ। पूर रहो सर्बत्र में नानक हर रंग राच। ओ परवरदिगार वाहिगुरू सच्चा पिता जिहड़ा सब दे विच मौजूद है, जिन्हों बाबा शेख फरीद कहंदे परवरदिगार अपार अगम बेअंत तू, जिन्ना पछाता सच चुमा पैर मूं। तू सब दे विच है, तू सारियां विच है वाहिगुरू। पूर रहे हो सरबत्र में, सब दे विच ही है तू। ते संत जन कदी निंदा सुन के घबराउंदे नहीं अपनी, क्यों? हर जन राम नाम गुण गावै, जे कोई निंद करे हर जन की अपना गुण ना गवावै। वो अपने अंदर दा गुण नहीं गवाउंदे, ते अपने अंदर दा उन्हां दा गुण पता की है? निवण सो अखर खवण गुण जिहबा मणियां मंत। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਨਿਵਣ ਸੋ ਅੱਖਰ, ਉਹਨਾਂ ਦੇ ਅੱਖਰ ਬੜੇ ਪ੍ਰੇਮ ਵਾਲੇ ਤੇ ਨਿਮਰਤਾ ਵਾਲੇ ਹੁੰਦੇ, ਬੜੇ ਸ਼ੁਕਰਾਨੇ ਵਾਲੇ ਤੇ ਝੁਕ ਕੇ ਬੋਲਣ ਵਾਲੇ ਹੁੰਦੇ। ਅਹੰਕਾਰ ਨਹੀਂ ਹੁੰਦਾ ਉਹਨਾਂ ਦੇ ਅੱਖਰਾਂ ਵਿੱਚ, ਨਿਮਰਤਾ ਹੁੰਦੀ ਹੈ। ਉਹਨਾਂ ਦੇ ਅੱਖਰ ਸੁਣਿਆ ਮੱਲੋ ਮੱਲੀ ਪੱਥਰ ਦਿਲ ਵੀ ਪਿਘਲ ਜਾਂਦੇ ਨੇ। ਪ੍ਰੇਮ ਇੱਕ ਐਸੀ ਤਾਕਤ ਹੈ जिस ताकत के अगे वड्डी वड्डी ताकतां भी झुक जांदियां ने। निवण सो अखर खवण गुण, खवण इज टू एक्सेप्ट द स्पेस ऑफ अदर्स। दूजियां दी होंद नूं कबूल करना, चाहे वह चंगा है चाहे वह मंदा है, चाहे वह अमीर है चाहे वह गरीब है, चाहे वह किसी भी पिछोकड़ तो है। खवण गुण साडे अंदर पैदा होए, ये बंदगी पैदा करदी है। ਜਿਹਵਾ ਮਣੀਆਂ ਮੰਤ ਤੇ ਜ਼ੁਬਾਨ ਤੋਂ ਗੁਰੂ ਦੀ ਬਾਣੀ ਦਾ ਜਾਪ ਨਿਕਲੇ ਕਿਥੇ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਗੁਣ ਹੈ ਪੂਰ ਰਹੋ ਸਰਬੱਤਰ ਮੈਂ, ਨਾਨਕ ਹਰ ਰੰਗ ਰਾਚ ਤੇ ਹਰੀ ਦੇ ਰੰਗ ਵਿੱਚ ਰਚੇ ਜਾਣਾ। ਇਹ ਕਿਸੇ ਵਿਰਲੇ ਦੇ ਉੱਤੇ ਕਿਰਪਾ ਹੁੰਦੀ ਹੈ। ਇਸੀ ਗੱਲ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਇਹ ਗੁਣ ਦੇ ਵਿੱਚ ਜਿਹੜਾ ਭਰਿਆ ਹੋਏ ਨਾ, ਫਿਰ ਹਰ ਜਨ ਰਾਮ ਨਾਮ ਗੁਣ ਗਾਵੈ। जे कोई निंद करे हर जन की अपना गुण ना गवावै। फिर वो अपने गुण नूं नहीं गवाउंदा। किहड़ा गुण? खवण गुण। जाए पुछो सुहागणी तुसी राविया किनी गुणी, ते गुण किहड़े ने?
सहज संतोख शिंगारियां, मिठा बोलनी, ये गुण है। फिर रिसालू ता मिलै जा गुर का शब्द सुनी, ये गुण है सिख दा। जाए पुछो सुहागणी वाह तिनी किनी बाती शौह पाई है, जो किछ करे सो भला कर मानिया, हिकमत हुक्म चुकाई है, सारी चलाकियां सियाणपा छड़ दी। जाके प्रेम पदार्थ पाई है, तो चरणी चितलाई है, शौक है सो कीजै, तन मनो दीजै, ऐसा परमन लाई है, ये गुण है। When we open the bottle of perfume, when we spray the perfume, ਸਾਰੀ ਆਬੋ ਹਵਾ 'ਚ ਖੁਸ਼ਬੂ ਫੈਲ ਜਾਂਦੀ ਹੈ, ਪਰ ਬੋਟਲ ਦੇ ਵਿੱਚ ਆ ਫਿਰ ਪਤਾ ਨਹੀਂ ਹੁੰਦਾ ਉਹਦੀ ਖੁਸ਼ਬੂ ਕੀ ਹੈ। ਉਹਦੀ ਖੁਸ਼ਬੂ ਲੈਣੀ ਪੈਂਦੀ ਹੈ ਜਦ ਉਹਨੂੰ ਸਪਰੇ ਕਰਦੇ ਆ। ਇਵੇਂ ਜਦ ਗੁਣੀ ਬੰਦਾ ਆਪਣੇ ਗੁਣਾਂ ਨੂੰ ਪ੍ਰਗਟ ਕਰਦਾ ਹੈ, ਗੁਣਾ ਕਾ ਹੋਵੇ ਵਾਸਲਾ ਕਢਵਾਸ ਲਈ ਜਾਏ, ਫਿਰ ਉਹ ਪਰਮਲ ਖੁਸ਼ਬੂ ਪਰਫਿਊਮ ਦੀ ਤਰ੍ਹਾਂ, ਇਤਰ ਦੀ ਤਰ੍ਹਾਂ ਮਹਿਕਦਾ ਹੈ, ਤੇ ਉਹਦੀ ਖੁਸ਼ਬੂ ਹੁੰਦੀ ਹੈ ਨਿਮਰਤਾ ਵਾਲੀ। अब तो इत्र मिट्टी का लगाते हैं पोशाक पे, अब तो इत्र मिट्टी का लगाते हैं पोशाक पे, कि खाक से उल्फत रहे आखिर मिलना है खाक से। इन्नी निमरता जिन्हों बाबा फरीद कहते फरीदा खाक ना निंदी है, खाकू जेड़ ना कोए, जीवन दियां पैरां तले मोया ऊपर होए। यह है निमरता दा गुण। ਅੱਜ ਇਸ ਗੁਣ ਨੂੰ ਗੁਰਦੇਵ ਪਿਤਾ ਜੀ ਧਾਰਨ ਵਾਸਤੇ ਕਹਿ ਰਹੇ ਆ। ਜਿਹੜਾ ਇਸ ਗੁਣ ਨੂੰ ਧਾਰਨ ਕਰਦਾ ਹੈ ਉਹਨੂੰ ਇਹ ਪਤਾ ਹੈ ਕਿ ਉਹੀ ਹੈ, ਸਭ ਵਿੱਚ ਉਹੀ ਹੈ, ਸਾਰਾ ਪਸਾਰਾ ਵਾਹਿਗੁਰੂ ਤੇਰਾ ਹੈ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਤੂੰ ਦਾਨਾ ਤੂੰ ਅਬਚਲ, ਤੂੰ ਹੀ ਜਾਤ ਮੇਰੀ ਪਾਤੀ। ਤੂੰ ਅਡੂਲ कदे डूलै नाही, ताहम कैसी ताती। एक है एक तू ही, एक है तू राया, तो किरपा ते सुख पाया। गल तो इको सिमरन दे विच है ना। भाई गुरदास जी बड़ा सोहना बयान करते ने कि जे कोई दो बेड़ियां ते पैर रखे ते दसो मंजिल ते पहुंच जाएगा, पत्तन ते पहुंच जाएगा, किनारे ते कदी नहीं। वो तिलक के ਅੱਧੇ ਰਸਤੇ ਵਿੱਚ ਹੀ ਫਸ ਜਾਏਗਾ, ਡੁੱਬ ਜਾਏਗਾ। ਉਹਨੂੰ ਇੱਕੋ ਬੇੜੀ ਤੇ ਸਵਾਰ ਹੋਣਾ ਪਏਗਾ ਜੇ ਮੰਜ਼ਿਲੇ ਮਕਸੂਦ ਤੇ ਪਹੁੰਚਣਾ। ਜੇ ਕਿਸੇ ਨੂੰ ਪੁੱਛੀਏ ਕਿ ਜੇ ਕੋਈ ਇੱਕ ਸ਼ੀਸ਼ੇ ਤੇ ਆਪਣੇ ਆਪ ਨੂੰ ਸਵਾਰ ਸਕਦਾ, ਤਿਆਰ ਕਰ ਸਕਦਾ, ਜੇ ਦੋ ਸ਼ੀਸ਼ੇ ਕਰਤੇ ਜਾਣ, ਇੱਕ ਸ਼ੀਸ਼ੇ ਪਿੱਛੇ ਦੂਜਾ ਸ਼ੀਸ਼ਾ ਲਾਤਾ ਜਾਏ, ਭਾਈ ਗੁਰਦਾਸ ਕਹਿੰਦੇ ਫਿਰ ਉਹਨੂੰ ਇੱਕ ਚਿਹਰਾ ਨਹੀਂ, ਇੱਕ ਦੇ 1000 ਚਿਹਰੇ ਦਿਸਦੇ ਨੇ ਆਪਣੇ। ਫਿਰ ਉਹ ਭੰਬਲ ਭੂਸੇ ਵਿੱਚ ਹੈ। ਜੇ ਇੱਕ ਰਸਤੇ ਤੇ ਬੰਦਾ ਤੁਰੇ ਤੇ ਮੰਜ਼ਿਲੇ ਮਕਸੂਦ ਤੇ ਜੇ ਰਸਤੇ ਪਾੜ ਜਾਣ, ਉਹਨੂੰ ਸਮਝ ਨਾ ਆਏ ਕਿਹੜੇ ਰਸਤੇ ਤੇ ਜਾਣਾ ਹੈ, ਅੱਧਾ ਰਸਤਾ ਥੋੜਾ ਇੱਥੇ ਤੁਰ ਕੇ ਫਿਰ ਵਾਪਸ ਆਏ, ਨਹੀਂ ਜੀ ਇਹ ਰਸਤਾ ਠੀਕ ਹੈ, ਇਹ ਦੋ ਰਸਤਿਆਂ ਤੇ ਭਟਕਿਆ ਹੋਇਆ ਕਦੀ ਮੰਜ਼ਿਲ ਤੇ ਨਹੀਂ ਪਹੁੰਚਦਾ। ਮੰਜ਼ਿਲ ਨਹੀਂ ਗਵਾਚਦੀ, ਬੰਦਾ ਰਸਤਾ ਹੀ ਗਵਾਚਦਾ। ਕਦੀ ਕਿਸੇ ਨੇ ਕਿਹਾ ਮੇਰੇ ਤੋਂ ਮੰਜ਼ਿਲ ਗਵਾਚ ਗਈ, ਗਵਾਚਦਾ ਰਸਤਾ ਹੀ ਹੈ। ਕਿਉਂ? ਇੱਕ ਨੂੰ ਛੱਡ ਕੇ ਜੇ ਦੂਸਰੇ ਤੇ ਪੈ ਜਾਏ। ਤੇ ਇੱਕ ਪ੍ਰਜਾ ਦੇ ਜੇ ਦੋ ਰਾਜੇ ਹੋ ਜਾਣ, ਫਿਰ ਪ੍ਰਜਾ ਦਾ ਬੇੜਾ ਗਰਕ ਕੀ ਹੁੰਦਾ ਹੈ। ਇੱਕ ਰਾਜਾ ਹੀ ਪ੍ਰਜਾ ਦਾ ਸਵਾਰ ਸਕਦਾ। ਇੱਕ ਕੋਲ ਜਾਓਗੇ ਤੇ ਕਹੇਗਾ ਦੂਜੇ ਨੂੰ ਕਹੋ, ਦੂਜੇ ਕੋਲ ਜਾਏਗਾ ਪਹਿਲੇ ਨੂੰ ਕਹੋ, ਪ੍ਰਜਾ ਦਾ ਭਲਾ ਨਹੀਂ। ਤੇ ਪਤਨੀ ਵੀ ਇੱਕ ਪਤੀ ਵਰਤਾ ਹੋਏ ਤੇ ਤਾਈਓ ਉਹ ਸੁਹਾਗਣ ਹੈ। ਇਹ ਸਾਰੇ ਉਦਾਹਰਣ ਭਾਈ ਗੁਰਦਾਸ ਨੇ ਇੱਕੋ ਪ੍ਰਭੂ ਦੀ ਪ੍ਰਾਪਤੀ ਵਾਸਤੇ ਦਿੱਤੇ ਨੇ ਕਿ ਇੱਕ ਹੋਏ। ਇੱਥੇ ਗੁਰਦੇਵ ਜੀ ਕਹਿੰਦੇ ਹਰ ਏਕ ਨਿਰੰਜਨ ਗਾਈ ਹੈ। ਜੇ ਇੱਕ ਦਾ ਸਿਮਰਨ ਕਰਾਂਗੇ ਸਭ ਅੰਤਰ ਸੋਈ, ਉਹੀ ਸਭ ਦੇ ਵਿੱਚ ਹੈ, ਕੋਈ ਦੂਜਾ ਨਹੀਂ ਹੈ, ਕੋਈ ਹੋਰ ਨਹੀਂ ਹੈ। ਚੰਗੇ ਵਿੱਚ ਵੀ ਉਹ, ਮੰਦੇ ਵਿੱਚ ਵੀ ਉਹ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਕਰਨ ਵਾਲਾ ਹੈ, ਕੀਤਾ ਕਰਨਾ ਸਰਬ ਰਜ਼ਾਈ, ਕਰਨ ਵਾਲਾ ਉਹ ਹੈ। ਉਹਦੇ ਭਾਣੇ ਨੂੰ, ਉਹਦੇ ਹੁਕਮ ਨੂੰ ਮੰਨਣਾ ਬੜੀ ਵੱਡੀ ਦਾਤ ਹੈ। ਤੇ ਜੇ ਕੋਈ ਮੰਨ ਲੇ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਉਹ ਕਹਿੰਦਾ ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਕ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਸਿਰ ਮੱਥੇ ਕਬੂਲ ਕਰੇ ਹੁਕਮ, ਕਿਉਂਕਿ ਉਹੀ ਹੈ। ਜੇ ਡੋਬਣ ਵਾਲਾ ਤਾਂ ਵੀ ਉਹੀ ਹੈ, ਜੇ ਤਾਰਨ ਵਾਲਾ ਤੇ ਉਹੀ ਹੈ, ਕੋਈ ਹੋਰ ਨਹੀਂ ਹੈ। ਜੇ ਸੁੱਖ ਦੇ ਰਿਹਾ ਤੇ ਉਹੀ ਹੈ, ਤੇ ਜੇ ਦੁੱਖ ਦੇ ਰਿਹਾ ਫਿਰ ਉਲਾਮਾ ਨਹੀਂ, ਸ਼ੁਕਰਾਨਾ ਕਰਨਾ ਹੈ। ਕਿਉਂਕਿ ਦੁੱਖ ਦੇ ਵਿੱਚ ਤੇਰੇ ਨੇੜੇ ਆਇਆ ਵਾਹਿਗੁਰੂ। ਤੂੰ ਦੁੱਖ ਤਾਈਓ ਦਿੰਦਾ ਕਿ ਜਿਹਦੇ ਉੱਤੇ ਤੂੰ ਤਰੁੱਠ ਕੇ
ਇਹ ਚਾਹੁੰਦਾ ਕਿ ਉਹ ਮੇਰੀ ਬੰਦਗੀ ਇਬਾਦਤ ਵਿੱਚ ਜੁੜੇ। ਬਾਬਾ ਸ਼ੇਖ ਫਰੀਦ ਜੀ ਨੂੰ ਜਦ ਪੁੱਛਿਆ ਗਿਆ, ਬਾਬਾ ਪਿੱਛੋਂ ਨਦੀ ਦਾ ਵਹਾਅ ਬੜਾ ਤੇਜ਼ ਹੈ ਪਾਕਪਟਨ ਦੀ ਧਰਤੀ, ਤੂੰ ਬਾਬਾ ਕੋਇਲਾ ਨਾਲ ਗੱਲ ਕਰਦਾ, ਕੁਦਰਤ ਨਾਲ ਗੱਲ ਕਰਦਾ, ਆ ਨਦੀ ਨਾਲ ਵੀ ਗੱਲ ਕਰ, ਇਹਦਾ ਵਹਿਣ ਬੜਾ ਤੇਜ਼ ਹੈ, ਕੰਧਾਂ ਨੂੰ ਕਿਨਾਰਿਆਂ ਨੂੰ ਭੰਨ ਕੇ ਤੇ ਇਹ ਹੜ ਬਣ ਕੇ ਨਾ ਆ ਜੇ, ਕਿਥੇ ਸਾਰੇ ਪਿੰਡ ਹੀ ਨਾ ਡੁੱਬ ਜਾਣ। ਬਾਬਾ ਫਰੀਦ ਜੀ ਫਿਰ ਨਦੀ ਨਾਲ ਗੱਲ ਕਰਦੇ ਨੇ। ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਉਹਨਾਂ ਦਾ ਦਾਸ ਨੂੰ ਫੋਨ ਆਇਆ ਸੀ ਜਿਸ ਦਿਨ ਬੰਗਲਾ ਸਾਹਿਬ ਦੇ ਵਿੱਚ ਦਾਸ ਨੇ ਇਸ ਸਲੋਕ ਦੀ ਕਥਾ ਕੀਤੀ ਸੀ। ਕੰਦਣ ਵੈਣ ਨਾ ਢਾਹੇ ਤਉ ਭੀ ਲੇਖਾ ਦੇਵਣਾ, ਕਿ ਬਾਬਾ ਸ਼ੇਖ ਫਰੀਦ ਨੇ ਨਦੀ ਨੂੰ ਕਿਹਾ ਕਿ ਨਦੀ ਤੂੰ ਆਪਣੇ ਕਿਨਾਰਿਆਂ ਵਿੱਚ ਲੈ ਕੇ ਤੁਰ, ਕਿੱਥੇ ਤੈਨੂੰ ਇਹ ਭੁਲੇਖਾ ਹੋਏ ਕਿ ਲੇਖਾ ਬੰਦਿਆਂ ਦਾ ਹੁੰਦਾ ਹੈ, ਲੇਖਾ ਤੇਰਾ ਵੀ ਹੋਣਾ ਹੈ ਰੱਬ ਦੀ ਦਰਗਾਹ ਦੇ ਵਿੱਚ। ਨਦੀ ਨੂੰ ਕਹਿ ਰਹੇ ਨੇ ਅੰਦੀ ਵੈਣ ਨਾ ਢਾਹੇ ਤਉ ਭੀ ਲੇਖਾ ਦੇਵਣਾ, ਤੇ ਅੱਗੋਂ ਨਦੀ ਪਤਾ ਕੀ ਕਹਿੰਦੀ ਹੈ, ਬਾਬਾ ਫਰੀਦ ਤੁਹਾਨੂੰ ਕੀ ਲੱਗਦਾ ਕਿ ਬੰਦੇ ਹੀ ਰੱਬ ਦੇ ਹੁਕਮ ਵਿੱਚ ਹੁੰਦੇ ਆ? ਜੇ ਲੇਖਾ ਹਰ ਇੱਕ ਜੀ ਨੂੰ, ਨਦੀਆਂ ਨੂੰ ਵੀ ਦੇਣਾ ਪੈਂਦਾ, ਪੰਛੀਆਂ ਨੂੰ ਵੀ ਦੇਣਾ ਪੈਂਦਾ, ਫਿਰ ਨਦੀਆਂ ਪੰਛੀ ਜੀਵ ਜੰਤ ਵੀ ਸਾਰੇ ਉਹਦੇ ਹੁਕਮ ਵਿੱਚ ਹੀ ਵਹਿੰਦੇ। ਮੈਂ ਕੋਈ ਆਪਣੀ ਹੁਜਤ ਨਾਲ ਨਹੀਂ ਬਹਿ ਰਹੀ। ਜਿੱਦਣ ਰੱਬ ਰਜ਼ਾਏ ਵੈਣ ਤਿਦਾਉ ਗਉ ਕਰੇ, ਜਿੱਥੇ ਰੱਬ ਦੀ ਰਜ਼ਾ ਹੈ ਮੈਂ ਵੀ ਉਵੇਂ ਵਹਿ ਰਹੀ ਹਾਂ। ਜੇ ਰੱਬ ਕਹੇਗਾ ਕਿ ਕੰਦਣ ਵਹਿਣ ਹੈ, ਕਿਨਾਰੇ ਭੰਨੇ ਨੇ, ਫਿਰ ਮੇਰੀ ਕੀ ਹੁਜਤ, ਮੈਂ ਤੇ ਰੱਬ ਦੇ ਹੁਕਮ 'ਚ ਹਾਂ। ਬਾਬਾ ਫਰੀਦ ਕਹਿੰਦਾ ਪਿੰਡ ਦੇ ਲੋਕੋ ਦੁਆ ਵਿੱਚ ਜੁੜੋ। ਕਿਉਂ? ਇਹ ਦੁੱਖ ਸੰਤਾਪ ਬਣ ਕੇ ਨਹੀਂ ਆਇਆ, ਇਹ ਦੁੱਖ ਰੱਬ ਦੀ ਰਜ਼ਾ ਤੇ ਰੱਬ ਦੀ ਰਹਿਮਤ ਬਣ ਕੇ ਆਇਆ, ਕਿਉਂਕਿ ਤੁਸੀਂ ਖੁਦਾ ਨੂੰ, ਵਾਹਿਗੁਰੂ ਨੂੰ ਭੁਲਾਈ ਬੈਠੇ ਹੋ। ਆਓ ਵਾਹਿਗੁਰੂ ਦੀ ਦੁਆ ਵਿੱਚ ਜੁੜੀਏ। ਇਹ ਨਦੀ ਵੀ ਕਹਿੰਦੀ ਕਿ ਰੱਬ ਦੀ ਰਜ਼ਾ ਵਿੱਚ ਮੈਂ ਪਿੰਡਾਂ ਦੇ ਲੋਕਾਂ ਨੂੰ ਯਾਦ ਕਰਾਉਣ ਆਈ ਹਾਂ ਕਿ ਹੁਣ ਖੁਦਾ ਖੁਦਾ ਕਰ ਲਓ। ਇਹੀ ਗੱਲ ਹੈ। ਖਿਨ ਮੈਂ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ, ਕੋਈ ਦੂਜਾ ਨਹੀਂ। ਥਾਪਣ ਵਾਲਾ ਵੀ ਹੋਈ ਤੇ ਥਾਪਣ ਵਾਲਾ ਵੀ ਹੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਸਭ ਦੇ ਵਿੱਚ ਉਹ ਹੈ, ਸਾਰੇ ਪਾਸੇ ਖੰਡਾਂ ਬ੍ਰਹਿਮੰਡਾਂ ਵਿੱਚ। ਪਰ ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਪਰ ਜਿਹਨੂੰ ਬੁਝਾ ਦੇ ਵਾਹਿਗੁਰੂ ਆਪ, ਇਹ ਰਮਜ਼ ਉਹੀ ਬੁਝ ਸਕਦਾ, ਨਹੀਂ ਤੇ ਹਰ ਕੋਈ ਇਹ ਰਮਜ਼ ਨਹੀਂ ਬੁਝ ਸਕਦਾ। ਇਹ ਰਮਜ਼ ਹੀ ਇਹ ਹੈ ਕਿ ਤਿਆਂ ਦੂਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਵਾਹਿਗੁਰੂ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਜੋ ਕੁਛ ਹੈ ਉਸ ਪਰਵਰਦਿਗਾਰ ਵਾਹਿਗੁਰੂ ਦੀ ਰਜ਼ਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਨੂੰ ਸੰਕੋਚਦੇ ਹਾਂ। ਇੱਥੇ ਸ਼ਬਦ ਦੀ ਵੀ ਸਮਾਪਤੀ ਹੈ। ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਗਲਤੀਆਂ ਆਪ ਸੰਗਤ ਗੁਰੂ ਬਖਸ਼ਣ ਯੋਗ ਨੇ। ਬੇਅੰਤ ਸ਼ੁਕਰਾਨਾ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਸੰਗਤਾਂ ਦਾ ਧੰਨਵਾਦ। ਸੋਮਵਾਰ, ਮੰਗਲਵਾਰ ਤੇ ਵੀਰਵਾਰ ਅੱਜ ਦੇ ਦਿਨ 3 ਦਿਨ ਇਹ ਹੁਕਮਨਾਮੇ ਦੀ ਵਿਚਾਰ ਹੁੰਦੀ ਹੈ। ਦਾਸ ਨੂੰ ਇਹ ਸੁਭਾਗ ਮਿਲਿਆ 3 ਦਿਨ ਆਪ ਸੰਗਤਾਂ ਦੀ ਸੇਵਾ ਕਰਨ ਦਾ। ਸਮੁੱਚੇ ਤੌਰ ਤੇ ਸਭ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਖਾਲਸਾ ਜੀ ਆਇਆਂ ਨੂੰ, ਚੜ੍ਹਦੀ ਕਲਾ। ਕਦੋਂ ਦੀ ਆਈ? ਮੈਨੂੰ ਜੀ 2 ਹਫ਼ਤੇ ਹੋ ਗਏ। ਵੈਸਟ ਬੰਮ 'ਚ ਆ, ਗੁਰੂ ਹਰ ਰਾਏ ਸਾਹਿਬ। ਉੱਥੇ ਵੈਸਟ ਬੰਮ, ਗੁਰੂ ਹਰ ਰਾਏ ਸਾਹਿਬ। ਕਿੰਨੇ ਹਫ਼ਤੇ ਕੀ ਹੋਈ ਹੈ? ਉੱਥੇ ਲਾਸਟ ਹੈ ਇਹ ਹਫ਼ਤਾ। ਉਸ ਤੋਂ ਬਾਅਦ ਆਪਾਂ ਜਿਹੜਾ ਬਲਿਹਾਰ ਸਿੰਘ ਹੈ ਨਾ, ਹਾਂਜੀ ਬਲਿਹਾਰ ਸਿੰਘ ਵਿੱਚ। ਭਾਈ ਮਨਪ੍ਰੀਤ ਸਿੰਘ ਜੀ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਸਮੂਹ ਸਾਧ ਸੰਗਤ ਵੱਲੋਂ, ਗੁਰੂ ਘਰ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਦੁਆ ਹੁਣ ਭਾਈ ਅਵਤਾਰ ਸਿੰਘ ਜੀ ਬਟਾਲੇ ਵਾਲੇ, ਉਹ ਹੁਣ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ। ਸੋ ਇਸੇ ਤਰ੍ਹਾਂ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਨੀਆਂ ਜੀ।